वालेकुम तुसी वेख रहे हो डेली टॉप 2 ਤੇ ਮੈਂ ਤੁਹਾਡਾ ਮੇਜ਼ਬਾਨ ਮਨਾਜ਼ਰ ਅਲੀ। ਨਾਜ਼ਰੀਨ ਇਹ ਉਹ ਹੀ ਸੈੱਟ ਹੈ ਤੁਸੀਂ ਸ਼ਾਇਦ ਇਹ ਵੇਖਿਆ ਹੋਵੇ ਕਿ ਕੁਝ 4-5 ਮਹੀਨੇ ਪਹਿਲਾਂ ਇਸ ਸੈੱਟ ਤੇ ਬਹਿ ਕੇ ਅਸੀਂ ਇੱਕ ਪ੍ਰੋਗਰਾਮ ਕੀਤਾ ਸੀ ਤੇ ਸਾਡੇ ਜਿਹੜੇ ਸੋਹਣੇ ਪਿਰੋਣੇ ਨੇ ਉਹ ਹੀ ਨੇ ਚੌਧਰੀ ਨਸਰੁੱਲਾ ਥੱਥਲ ਸਾਹਿਬ। ਭਾਈ ਜਾਨ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਅੱਜ ਫਿਰ ਸਾਨੂੰ ਆਪਣੇ ਡੇਰੇ ਤੇ ਇਨਵਾਈਟ ਕੀਤਾ ਤੇ ਬੜਾ ਸਾਨੂੰ ਇੱਥੇ ਅੱਛਾ ਲੱਗਦਾ ਹੈ। अच्छा तुसी सुबह सुबह जाग गए हो, मतलब शहर ते असी काफ़ी लेट उठी दे ते तुसी किवें मतलब फ्रैश हो? लस्सी भी तुसी रखी है, नाश्ता भी मेरा ख्याल है तुसी ਇਹਦੇ मुनाज़र भाई असी पिंडां दे लोग ज़्यादातर तुहानू पता ही है कि सुबह सुबह जागने मज्जां चूड़ियां धार कड्ढनी अपने कम शम संभालने ਉਹ ਤੁਸੀਂ ਸਾਰੇ ਕੰਮ ਕਰਾ ਲਏ ਨੇ। हाँ पिंडां वाले लोग जल्दी सह जांदे ने ते जल्दी उठ जांदे ने सही है ते असी भी ज़ाहिर गल है पिंड दे ही हां। सही है बड़ा अच्छा नाजरीन लगता है ਜਦੋਂ ਇੱਥੇ ਆਈਦਾ, ਬੜਾ ਪੁਰਸਕੂਨ ਮਾਹੌਲ ਹੈ ਇੱਥੇ। ਤੁਹਾਨੂੰ ਆਵਾਜ਼ਾਂ ਵੀ ਜਿਹੜੀਆਂ ਸੁਣਾਈ ਦੇ ਰਹੀਆਂ ਨੇ ਉਹ ਤੁਹਾਨੂੰ ਨੈਚੁਰਲ ਚੀਜ਼ਾਂ ਨੇ, ਪਰਿੰਦੇ ਨੇ, ਜਾਨਵਰ ਨੇ ਤੇ ਸ਼ਹਿਰ ਦਾ ਜਿਹੜਾ ਇੱਕ ਸ਼ੋਰ ਹੈ ਉਹਦੇ ਤੋਂ ਦੂਰ ਜਦੋਂ ਆਈਦਾ ਤੇ ਬੜਾ ਅੱਛਾ ਲੱਗਦਾ ਹੈ। ਤੇ ਨਸਰੁੱਲਾ ਭਾਈ ਸਾਨੂੰ ਜਦੋਂ ਇਨਵਾਈਟ ਕਰਦੇ ਨੇ ਤੇ ਹੋਰ ਹੀ ਸਾਨੂੰ ਅੱਛਾ ਲੱਗਦਾ ਹੈ। ਕਦੀ ਇਹ ਸਾਨੂੰ ਇਨਵਾਈਟ ਕਰਦੇ ਨੇ ਤੇ ਕਦੀ ਅਸੀਂ ਜ਼ਬਰਦਸਤੀ ਇਨਵਾਈਟ ਹੋ ਜਾਈਦਾ। ਤੁਹਾਡਾ ਆਪਣਾ ਘਰ ਹੈ ਭਾਈ ਜਾਨ, ਤੁਹਾਡੀ ਆਪਣਾ ਡੇਰਾ ਹੈ। ਅੱਜ ਅਸੀਂ ਗੱਲ ਕਰਾਂਗੇ ਕਿਉਂਕਿ ਅਸੀਂ ਬਾਗ ਵਿੱਚ ਬੈਠੇ ਹਾਂ ਔਰ ਪਿੱਛੇ ਸਾਡੇ ਸਾਰਾ ਖੇਤੀਬਾੜੀ ਦਾ ਕੰਮ ਹੈ ਤੇ ਅਸੀਂ ਜ਼ਰਾਅਤ ਦੇ ਉੱਤੇ ਗੱਲ ਕਰਾਂਗੇ। ਨਸਰੁੱਲਾ ਭਾਈ ਜਾਨ ਕੋ ਪੁੱਛਾਂਗੇ ਕਿ ਪਿਛਲੀਆਂ ਫਸਲਾਂ ਜਿਹੜੀਆਂ ਨੇ ਉਹਨਾਂ ਦੀ ਪ੍ਰੋਗਰੈਸ ਕੀ ਸੀ, ਕਿਸਾਨਾਂ ਨੂੰ ਕੀ ਬਚਿਆ, ਕੀ ਘਾਟਾ ਪਿਆ, ਕੀ ਉਹਨਾਂ ਨੂੰ ਕੁਝ ਬਚਿਆ ਜਾਂ ਨਹੀਂ, ਤੇ ਅੱਗੇ ਜਿਹੜੀਆਂ ਫਸਲਾਂ ਕਮਾਦ ਆ ਰਹੀ ਹੈ ਜਾਂ ਚਾਵਲ ਦੀ ਫਸਲ ਹੈ, ਮੁੰਜੀ ਹੈ, ਇਹਨਾਂ ਤੋਂ ਕੀ ਤਵੱਕੋ ਕਰ ਰਹੇ ਨੇ। ਭਾਈ ਜਾਨ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਸਾਡੇ ਵੇਖਣ ਵਾਲਿਆਂ ਨੂੰ ਦੱਸੋ ਕਿ ਫਸਲ ਜਿਹੜੀ ਪਿੱਛੇ ਗੁਜ਼ਰੀ ਹੈ ਜੀ ਗੰਦਮ ਦੀ ਫਸਲ, ਉਹਦੇ ਵਿੱਚੋਂ ਕਿਸਾਨਾਂ ਨੂੰ ਕੁਝ ਬਚਿਆ ਜਾਂ ਨਹੀਂ? ਕਿਉਂਕਿ ਉਹਦੇ ਤੇ ਬਾਰਿਸ਼ਾਂ ਵੀ ਕਾਫੀ ਹੋ ਗਈਆਂ ਸਨ ਜੀ ਤੇ ਤੁਹਾਡਾ ਕੀ ਮਤਲਬ ਜ਼ਾਤੀ ਤੌਰ ਤੇ ਕੀ ਵੇਖਿਆ ਤੁਹਾਡੇ, ਕਿਉਂਕਿ ਆਪਣੀ ਵੀ ਕਾਫੀ ਇਹਦੇ मैं ਪਾਸ ਤੇ ज़ाती तौर पर भी मेरा एक्सपीरियंस है और बाकी इलाके का भी ओवरऑल सारा पता है। मौसम का फसल के उत्ते बहुत ज़्यादा असर होंदा है। ਜਦੋਂ ਤਕਰੀਬਨ ਫਸਲ ਤਿਆਰ ਸੀ ਉਸ ਤੋਂ ਪਹਿਲੇ ਯਾਲਾਬਾਰੀ ਹੋਈ ਹੈ, ਬਾਰਿਸ਼ਾਂ ਸ਼ਦੀਦ ਹੋਈਆਂ ਜਿੰਦੇ ਤੇ ਇੰਤਹਾਈ ਤੌਰ ਤੇ ਫਸਲਾਂ ਮੁਤਾਸਰ ਹੋਈਆਂ ਨੇ। ਖਾਸ ਕਰ ਤਰਬੂਜ਼ ਦੀ ਫਸਲ ਤੇ ਮੁਕੰਮਲ ਤੌਰ ਤੇ ਤਬਾਹ ਹੋ ਗਈ ਸੀ। ਉਸ ਤੋਂ ਬਾਅਦ ਗੰਦਮ ਦੇ ਉੱਤੇ ਵੀ ਯਾਲਾਬਾਰੀ ਹੋਈ ਹੈ, ਉਹਦੀ ਵੀ ਮੇਰੇ ਖਿਆਲ ਨਾਲ ਕਿ ਫੀ ਏਕੜ ਪੈਦਾਵਾਰ ਅੱਧੀ ਵੀ ਨਹੀਂ ਰਹੀ। ਓਵਰਆਲ ਸਾਡੇ ਇਲਾਕੇ 'ਚ ਜਿਹੜਾ ਕਿਸਾਨ ਹੈ ਉਹ ਨੁਕਸਾਨ ਵਿੱਚ ਹੀ ਗਿਆ। ਸਹੀ ਹੈ, ਯਾਨੀ ਜਿਹੜੀ ਉਹਨੇ ਉਹਦੇ ਤੇ ਖਰਚ ਕੀਤਾ ਸੀ ਤੁਸੀਂ ਸਮਝਦੇ ਹੋ ਕਿ ਉਹ ਪੂਰਾ ਨਹੀਂ ਹੋਇਆ? ਜੀ ਖਰਚ ਵੀ ਵਾਪਸ ਨਹੀਂ ਆਇਆ, ਬਚਤ ਤੇ ਦਰਕਿਨਾਰ ਹੈ। ਤੇ ਫਿਰ ਤੁਸੀਂ ਕੀ ਸਮਝਦੇ ਹੋ ਕਿ ਗਵਰਨਮੈਂਟ ਨੂੰ ਕੁਝ ਕਰਨਾ ਚਾਹੀਦਾ? ਕੁਝ ਹੋਇਆ ਤੁਹਾਡੇ ਇਲਾਕੇ 'ਚ? जी 1% भी गवर्नमेंट ने कोई कदम नहीं उठाया, कोई रिलीफ नहीं दिता, कोई सब्सिडी नहीं। गवर्नमेंट तावन करेगी तो ਜ਼ਿਮੀਦਾਰ ਜਿਹੜਾ ਹੈ ਉਹ ਅੱਗੇ ਜਾਵੇਗਾ। ਅੱਛਾ, ਅਸੀਂ ਤਾਂ ਉੱਥੇ ਲਾਹੌਰ ਵਿੱਚ ਜਾਂ ਇਸਲਾਮਾਬਾਦ ਵਿੱਚ ਵੇਖੀਦਾ ਕਿ ਜਿਹੜੀਆਂ ਕਿਸਾਨਾਂ ਦੇ ਬਾਰੇ ਮੀਟਿੰਗਾਂ ਹੁੰਦੀਆਂ ਨੇ ਵੱਡੇ ਲੈਵਲ ਤੇ, ਉੱਥੇ ਤੇ ਕਹਿੰਦੇ ਨੇ ਜੀ ਕਿਸਾਨਾਂ ਨੂੰ ਇਹ ਸਬਸਿਡੀ ਦੇ ਦਿੱਤੀ, ਇਹ ਦੇ ਦਿੱਤਾ, ਤੇ ਤੁਹਾਡੇ ਤਾਂ ਕੁਝ ਨਹੀਂ? ਮੇਰਾ ਖਿਆਲ ਹੈ ਕਿ ਕੋਈ 1% ਵੀ ਸਾਬਤ ਕਰ ਦੇਣ ਕਿ ਕਿਸੇ ਨੂੰ ਸਬਸਿਡੀ ਮਿਲੀ ਹੈ, ਕੋਈ ਰਿਲੀਫ ਮਿਲਿਆ ਹੈ। ਉਹ ਇੱਕ ਭਾਈਜਾਨ ਚਾਰ ਦੀਵਾਰੀ ਦੀ ਹੱਦ ਤੱਕ, ਇੱਕ ਪੇਪਰ ਵਰਕ ਦੀ ਹੱਦ ਤੱਕ ਸਬਸਿਡੀ ਮਿਲਦੀ ਹੈ, ਪ੍ਰੈਕਟੀਕਲੀ ਕੁਝ ਵੀ ਨਹੀਂ। ਯਾਨੀ ਇਹ ਕਲੀਅਰ ਕੱਟ ਹੈ ਕਿ ਤੁਹਾਨੂੰ ਜਾਂ ਤੁਹਾਡੇ ਇਲਾਕੇ 100% ਕਲੀਅਰ ਕੱਟ ਹੈ। ਇੱਥੇ ਲੱਖਾਂ ਕਰੋੜਾਂ ਦਾ ਨੁਕਸਾਨ ਹੋਇਆ ਲੋਕਾਂ ਦਾ, 1 ਰੁਪਏ ਦੀ ਕਿਸੇ ਸਬਸਿਡੀ ਨਹੀਂ ਦਿੱਤੀ। ਅਲਬੱਤਾ ਆੜਤੀਆਂ ਦੇ ਕਰਜ਼ੇ ਲੋਕਾਂ ਤੇ ਬਰਕਰਾਰ ਰਹਿਣ। ਅੱਛਾ, ਯਾਨੀ ਖਾਤੇ ਕਾਲੇ ਨੇ, ਕੋਈ ਉਹਨਾਂ ਦੇ ਵਿੱਚ ਮਤਲਬ ਨਹੀਂ ਜਮਾ। ਨਾਜ਼ਰੀਨ ਤੁਸੀਂ ਸੁਣਿਆ, ਔਰ ਉਹ ਸਾਡੇ ਦੋਸਤ ਜਿਹੜੇ ਅਫਸਰਾਨੇ ਬਾਲਾ ਨੇ, ਜਿਹੜੇ ਮੁਤਲਕਾ ਲੋਕ ਨੇ, ਜਦੋਂ ਉਹਨਾਂ ਕੋਲ ਬਹਿਵੀਦਾ ਹੈ ਤੇ ਉਹ ਕਹਿੰਦੇ ਨੇ ਕਿ ਅਸੀਂ ਤਾਂ ਜਨਾਬ ਇੰਨੇ ਕਰੋੜ ਜਾਂ ਇੰਨੇ ਅਸੀਂ ਕਿਸਾਨਾਂ ਵਾਸਤੇ ਮੁਖਤਸ ਕੀਤੇ ਨੇ, ਲੇਕਿਨ ਇੱਥੇ ਇਹ ਸੂਰਤ ਹਾਲ ਹੈ ਕਿ ਕੁਝ ਐਸਾ ਹੋਇਆ ਨਹੀਂ। ਬਹਰਹਾਲ ਜੀ ਉਹ ਤੇ ਜੋ ਹੋਣਾ ਸੀ ਹੋ ਗਿਆ। ਹੁਣ ਅੱਗੇ ਮੁੰਜੀ ਦੀ ਫਸਲ ਹੈ, ਚਾਵਲ ਦੀ ਫਸਲ ਆ ਰਹੀ ਹੈ, ਅੱਧੀ ਕੁਝ ਕੱਟੀ ਵੀ ਗਈ, ਕੋਈ ਕੱਟੀ ਵੀ ਜਾ ਰਹੀ ਹੈ, ਤੇ ਇਹਦੇ ਤੋਂ ਕੀ ਤੁਹਾਨੂੰ ਤਵੱਕੋ ਹੈ ਰੇਟ ਦੇ ਹਵਾਲੇ ਨਾਲ? ਖਾਸ ਤੌਰ ਤੇ ਅਖਰਾਜਾਤ ਕਿੰਨੇ ਹੋਏ? ਜੀ ਅਖਰਾਜਾਤ ਜਿਹੜੇ ਨੇ ਚਾਵਲ ਦੀ ਫਸਲ ਤੇ ਫੀ ਏਕੜ 30 ਤੋਂ 35 ਹਜ਼ਾਰ ਖਰਚਾ ਹੁੰਦਾ ਹੈ ਬਗੈਰ ਠੇਕੇ ਤੋਂ। ਅਗਰ ਕਿਸੇ ਦੀ ਜ਼ਮੀਨ ਆਪਣੀ ਹੈ ਫਿਰ ਉਹਨੂੰ ਠੇਕਾ ਨਹੀਂ ਅਦਾ ਕਰਨਾ ਪਾਉਂਦਾ। ਓਵਰਆਲ ਜਿਹੜੇ ਛੋਟੇ ਕਿਸਾਨ ਨੇ, ਜ਼ਾਹਿਰੀ ਗੱਲ ਹੈ 2-4 ਏਕੜ ਦੇ ਉਹਨਾਂ ਨਾਲ 10-15 ਕਿੱਲੇ ਠੇਕੇ ਤੇ ਵੀ ਲਈ ਹੈ, ਜਿਹੜਾ ਕਿ 60 ਤੋਂ 70 ਹਜ਼ਾਰ ਪਰ ਏਕੜ ਠੇਕਾ ਹੁੰਦਾ। ਸਹੀ ਹੈ। ਉਹਦੇ ਵਿੱਚ ਇਸ ਦਫਾ ਮੁੰਜੀ ਦੀ ਫਸਲ ਵੀ ਅੱਛੀ ਹੈ और अल्हम्दुलिल्लाह पैदावार भी अच्छी हो रही है ਤੇ ਰੇਟ ਵੀ ਫਿਲਹਾਲ ਕੁਝ ਮੁਨਾਸਬ ਹੈ ਪਿਛਲੀ ਨਿਸਬਤ। ਅੱਛਾ, ਉਮੀਦ ਕੀਤੀ ਜਾਂਦੀ ਹੈ ਕਿ ਕੁਝ ਥੋੜਾ ਜਿਹਾ ਜ਼ਿਮੀਦਾਰ ਨੂੰ ਸਾਹ ਨਿਕਲ ਜਾਏਗਾ और उन कुछ बचत आ जाएगी। ਉੱਤੋਂ ਕੋਈ ਐਸੀ ਆਫਤ ਨਾ ਆ जी अगर मौसमी आफात तो मौसमी परेशानी है तो ਫਸਲ मतलब ਮੁਕੰਮਲ ਤੇ ਅਜੇ ਚੁੱਕੀ ਨਹੀਂ ਨਾ ਗਈ। ਅਗਰ ਫਸਲ ਜਿਹੜੀ ਹੈ ਉਹ ਅਗਰ ਖੁਦਾ ਨਾ ਖਾਸਤਾ ਜਿਸ ਤਰ੍ਹਾਂ ਤਰਬੂਜ਼ ਤੇ ਹੋਇਆ ਸੀ जी ਕਿ ਤਰਬੂਜ਼ ਬਿਲਕੁਲ ਕਰੀਬ ਸੀ ਫਸਲ ਕੇ ਉਹਦੇ ਤੋਂ ਕੁਝ ਹਾਸਲ ਕੀਤਾ ਜਾਂਦਾ, ਉਤੋਂ ਇੱਕਦਮ ਬਾਰਿਸ਼ ਆਈ। जी बिल्कुल इस अगर ऐसा नहीं ਹੁੰਦਾ ਤੇ ਤੁਸੀਂ ਤਵੱਕੋ ਕਰ ਰਹੇ ਹੋ ਕਿ
ਕੋਈ ਸੂਰਤ ਹਾਲ ਜੀ ਬਿਹਤਰ ਹੋਏਗੀ? ਇਨਸ਼ਾਅੱਲਾ ਅਗਰ ਮੌਸਮੀ ਅਸਰਾਤ ਉੱਤੇ ਜ਼ਿਆਦਾ ਅਸਰਅੰਦਾਜ਼ ਨਹੀਂ ਹੁੰਦੇ ਤੇ ਫਿਰ ਉਮੀਦ ਕੀਤੀ ਜਾਂਦੀ ਹੈ ਕਿ ਬਿਹਤਰ ਕੰਮ ਹੋਵੇਗਾ। ਅੱਛਾ, ਤੇ ਤੁਸੀਂ ਭਾਈਜਾਨ ਇਹ ਵੀ ਦੱਸੋ, ਜਿਹੜੀ ਗੰਨੇ ਦੀ ਫਸਲ ਹੈ ਉਹ ਵੀ ਚੂੰਕਿ ਹੁਣ ਆਖਰੀ ਮਰਾਹਿਲ ਤੇ ਕਰੀਬ ਹੀ ਹੈ, ਜੀ ਜੀ ਤੇ ਉਹਦੇ ਤੇ ਕਿੰਨੇ ਫੀ ਏਕੜ ਅਖਰਾਜਾਤ ਤੁਸੀਂ ਸਮਝਦੇ ਹੋਏ, ਔਰ ਕਿੰਨਾ ਰੇਟ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਇੰਨਾ ਹੋਣਾ ਚਾਹੀਦਾ ਹੈ ਤੇ ਸਾਨੂੰ ਕੁਝ ਰਿਲੀਫ ਮਿਲੇਗਾ? ਜੀ ਜੀ ਗੰਨਾ ਚੂੰਕਿ ਭਾਈਜਾਨ ਸਾਲ ਦੀ ਫਸਲ ਹੈ, ਇਹਦੇ ਤੇ ਕਾਫੀ ਐਕਸਪੈਂਸਿਵ ਆਉਂਦੇ ਨੇ, ਇਹਦਾ ਬੀਜ ਬਹੁਤ ਕਾਸਟਲੀ ਹੈ। 15 ਤੋਂ 20 ਹਜ਼ਾਰ ਦਾ ਬੀਜ ਵੀ ਜੇ, ਉਸ ਤੋਂ ਇਲਾਵਾ 15-20 ਹਜ਼ਾਰ ਦੀਆਂ ਖਾਦਾਂ ਨੇ ਸਾਰੇ ਸਾਲ ਵਿੱਚ, ਦਵਾਈਆਂ ਨੇ, ਜੜੀ ਬੂਟੀ ਮਾਰ ਦਵਾਈਆਂ ਨੇ, ਕੀੜੇ ਮਾਰ ਦਵਾਈ ਨੇ, ਸਾਰਾ ਪ੍ਰੋਸੈਸ ਕਰਦਿਆਂ 80 ਤੋਂ 90 ਹਜ਼ਾਰ ਪਰ ਏਕੜ ਖਰਚਾ ਹੈ। ਅਗਰ ਉਹਦੇ ਵਿੱਚ ਠੇਕਾ ਐਡ ਕਰੋਗੇ ਤੇ ਫਿਰ 1.5 ਲੱਖ ਤੱਕ ਜਾਵੇਗਾ। ਗੌਰਮੈਂਟ ਨੇ ਰਾਤੀ ਮੈਂ ਖਬਰਾਂ ਸੁਣ ਰਿਹਾ ਸੀ, ਮੇਰੇ ਖਿਆਲ ਵਿੱਚ 200 ਰੁਪਏ ਦਾ ਐਲਾਨ ਕੀਤਾ ਹੈ। ਸਾਡੀ ਔਸਤ ਪੈਦਾਵਾਰ ਸਾਡੇ ਇਲਾਕੇ ਦੀ 800-900-700 ਮਣ ਹੈ। 800 ਵੀ ਅਗਰ ਕਰੋਗੇ 1,60,000 ਦਾ ਕਿੱਲਾ ਬਣਦਾ ਹੈ। ਮੇਰੇ ਖਿਆਲ ਵਿੱਚ 200 ਰੁਪਏ ਚ ਜ਼ਿਮੀਦਾਰ ਨੂੰ ਬਚਤ ਕੋਈ ਨਹੀਂ ਹੋ ਸਕਦਾ ਹੈ, ਉਹ ਬੈਲੈਂਸ ਹੀ ਕਰ ਜਾਏ ਤੇ ਕਰ ਜਾਏ। ਯਾਨੀ ਇਹ ਵੀ ਪਤਾ ਕਿ ਬਾਜ਼ ਦਫਾ ਮੈਂ ਬੜਾ ਹੈਰਾਨ ਹੁੰਨਾ ਕਿ ਇੱਕ ਪੂਰਾ ਮਣ ਹੈ ਜੀ ਜੀ ਇਹਦਾ ਗੰਨੇ ਦਾ, ਉਹ 200 ਰੁਪਏ ਦਾ ਜੀ ਜੀ। ਇੱਕ ਚੀਨੀ ਹੈ ਜਿਹੜੀ ਇੰਨੀ ਕੁ ਹੈ, ਉਹ 105 ਹੁਣ ਤਕਰੀਬਨ 105-10 ਰੁਪਏ 100 ਦੇ ਉੱਤੇ ਥੱਲੇ ਮਿਲ ਰਹੀ ਹੈ। ਥੱਲੇ ਤੇ ਨਹੀਂ ਮਿਲ ਰਹੀ, ਉੱਤੇ ਹੀ ਮਿਲ ਰਹੀ ਜੀ ਜੀ 100 ਇਹ ਮਤਲਬ ਕਿੰਨੀ ਜ਼ਿਆਦਤੀ ਹੈ। ਅਫਸਰਾਨੇ ਬਾਲਾ ਸੁਣ ਰਹੇ ਨੇ, ਸ਼ੂਗਰ ਮਾਲਕਾਨ ਔਰ ਉਹਨਾਂ ਦੀ ਐਸੋਸੀਏਸ਼ਨ ਦੇ ਜਿਹੜੇ ਲੋਕ ਨੇ ਉਹ ਵੀ ਸੁਣ ਰਹੇ ਨੇ ਕਿ ਕਿਸਾਨ ਕੋ ਤਾਂ ਤੁਸੀਂ 200 ਰੁਪਏ 'ਚ ਇੰਨੇ ਜ਼ਿਆਦਾ ਗੰਨੇ ਲੈ ਲੈਂਦੇ ਹੋ, ਮਾਣੇ 'ਚ ਕਾਫੀ ਗੰਨੇ ਆ ਜਾਂਦੇ ਨੇ, ਔਰ ਉਹਦੇ ਵਿੱਚ ਕਿੰਨੇ ਕਿਲੋ ਤੁਸੀਂ ਚੀਨੀ ਬਣਾਉਂਦੇ ਹੋ, ਤੇ ਜਿਸ ਟਾਈਮ ਤੁਸੀਂ ਚੀਨੀ ਉਹੀ ਉਹਨਾਂ ਕਿਸਾਨਾਂ ਨੂੰ ਵੇਚਦੇ ਹੋ ਤੇ ਕਿੰਨਾ ਜ਼ਿਆਦਾ ਜ਼ੁਲਮ ਹੈ। ਇਹਦੇ 'ਤੇ ਸੋਚਣ ਦੀ ਜ਼ਰੂਰਤ ਹੈ। ਔਰ ਅੱਛਾ, ਐਸਾ ਮੁਮਕਿਨ ਨਹੀਂ ਕਿ ਤੁਸੀਂ ਅਗਰ ਗੰਨਾ ਨਾ ਲਾਓ, ਕੁਝ ਹੋਰ ਲਾ ਲਓ, ਤਾਂ ਕਿ ਜਿਹੜੇ ਸ਼ੂਗਰ ਮਾਲਕਾਨ ਨੇ ਔਰ ਜਿਹੜੇ ਇਹ ਲੋਕ ਜਿਹੜੇ ਰੇਟ ਵਧਾਉਣ ਦੇ ਪਿੱਛੇ? ਬੜਾ ਅੱਛਾ ਸਵਾਲ ਕੀਤਾ ਤੁਸੀਂ ਭਾਈਜਾਨ। ਉਹਦੇ ਵਾਸਤੇ ਅਗਰ ਤੁਸੀਂ ਸਬਜ਼ੀਆਂ ਕਾਸ਼ਤ ਕਰਦੇ ਹੋ, ਜਦੀਦ ਫਾਰਮਿੰਗ ਕਰਦੇ ਹੋ, ਉਹਦੇ ਵਾਸਤੇ ਕਾਫੀ ਐਕਸਪੈਂਸਿਵ ਨੇ, ਕਾਫੀ ਅਖਰਾਜਾਤ ਨੇ। ਅਗਰ ਗੌਰਮੈਂਟ ਸਬਸਿਡੀ ਦੇਵੇ, ਰਿਲੀਫ ਦੇਵੇ ਬੀਜ ਵਿੱਚ, ਉਹਨਾਂ ਦੇ ਅਖਰਾਜਾਤ ਵਿੱਚ, ਜ਼ਰੀ ਕਰਜ਼ੇ ਦਿੱਤੇ ਜਾਣ, ਬਿਲਾ ਸੂਦ ਦਿੱਤੇ ਜਾਣ ਜ਼ਿਮੀਦਾਰ ਨੂੰ, ਫਿਰ ਜ਼ਿਮੀਦਾਰ ਉੱਠ ਸਕਦਾ ਹੈ। ਜ਼ਿਮੀਦਾਰ ਜ਼ਰਾਤ ਇੱਕ ਰੀੜ ਦੀ ਹੱਡੀ ਹੈ। ਬਿਲਕੁਲ। ਅਗਰ ਇਹ ਸਾਡੀ ਨੂੰ ਹੀ ਤਰੋੜ ਦਿੱਤਾ ਜਾਵੇ ਤਾਂ ਮੇਰਾ ਖਿਆਲ ਹੈ ਫਿਰ ਢਾਂਚਾ ਕਿਸੇ ਕੰਮ ਦਾ ਵੀ ਨਹੀਂ। ਇਹ ਮੇਰਾ ਖਿਆਲ ਹੈ ਜ਼ਿਆਦਾਤਰ ਦਾਅਵੇ ਹੀ ਨੇ, ਖਬਰਾਂ 'ਚ ਅਸੀਂ ਸੁਣਦੇ ਜੀ ਖਬਰਾਂ ਦੀ ਹੱਦ ਤੱਕ ਨੇ, ਬਿਲਕੁਲ ਖਬਰਾਂ ਦੀ ਅੱਜ ਤੇ ਇਸ਼ਤਿਹਾਰਾਤ ਦੀ ਹੱਦ ਤੱਕ ਨੇ, ਪ੍ਰੈਕਟੀਕਲੀ ਕੁਝ ਵੀ ਨਹੀਂ। ਪ੍ਰੈਕਟੀਕਲੀ ਕੁਝ ਨਹੀਂ। ਉਹ ਕਾਮੇ ਵਾਲਾ ਸੁਣਨ, ਔਰ ਜਿਹੜੇ ਖਾਸ ਤੌਰ ਜਿਹੜੇ ਸਾਡੇ ਦੋਸਤਾਂ ਸ਼ਾਮਲ ਨੇ ਅਫਸਰਾਨ, ਉਹ ਜਦੋਂ ਕਹਿੰਦੇ ਨੇ ਅਸੀਂ ਇਹ ਕਰ ਰਹੇ ਹਾਂ ਤਾਂ ਉਹ ਕਰ ਰਹੇ ਹਾਂ। ਅੱਜ ਤੁਹਾਡੇ ਸਾਹਮਣੇ ਇੱਕ ਜ਼ਿਮੀਦਾਰ ਬੰਦਾ, ਇੱਕ ਕਾਸ਼ਤਕਾਰ ਬੰਦਾ ਬੈਠਾ ਹੈ, ਔਰ ਉਹ ਬੰਦਾ ਇਹ ਗੱਲ ਕਰ ਰਿਹਾ ਕਿ ਭਾਈ ਐਸਾ ਕੁਛ ਵੀ ਨਹੀਂ, ਸਾਨੂੰ ਤਾਂ ਕੁਛ ਵੀ ਨਹੀਂ ਮਿਲਦਾ, ਰੇਟ ਵੀ ਮੁਨਾਸਬ ਨਹੀਂ ਹੈ। ਕਦੀ ਹੋਇਆ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਚਾਵਲ ਦੀ ਫਸਲ ਥੋੜੀ ਬਿਹਤਰ ਹੈ, ਕਿ ਕੁਝ ਉਮੀਦ ਹੈ? ਇਹ ਮੇਰਾ ਖਿਆਲ ਹੈ ਗੇਮ ਸਾਰੀ ਉਮੀਦਾਂ ਦੀ, ਉਮੀਦ ਤੇ ਡਿਪੈਂਡ ਹੈ ਜੀ। ਕਦੀ ਉਮੀਦ ਜਿਹੜੀ ਉਹ ਟੁੱਟ ਜਾਂਦੀ ਹੈ ਤੇ ਕਮੀ 100% ਤੁਸੀਂ ਨਹੀਂ ਆਖ ਸਕਦੇ। ਫਰਜ਼ ਕਰੋ ਹੁਣ ਸੀਜ਼ਨ ਜਿਹੜਾ ਸੈਂਟਰ ਵਿੱਚ ਜਾਂਦਾ, ਰਸ਼ ਪਾਉਂਦਾ, ਉਸ ਟਾਈਮ ਆੜਤੀ ਮਿਲੀ ਭਗਤ ਨਾਲ, ਆੜਤੀ ਹਜ਼ਰਾਤ ਵੀ ਜਿਹੜੇ ਨੇ ਉਹ ਵੀ ਰੇਟ ਨੂੰ ਖਾਹ ਡਾਊਨ ਕਰ ਲੈਂਦੇ ਨੇ। ਔਰ ਜਿਸ ਬੰਦੇ ਕਰਜ਼ ਲਿਆ ਹੁੰਦਾ ਆੜਤੀ ਕੋਲ, ਉਹਦੀ ਮਜਬੂਰੀ ਹੁੰਦੀ, ਉਹ ਸਟਾਕ ਨਹੀਂ ਕਰ ਸਕਦਾ, ਉਸ ਫਸਲ ਉਸ ਦੀ ਦਹਲੀਜ਼ ਤੇ ਉਹਦੀ ਆੜਤ ਤੇ ਜਾ ਕੇ ਦੇਣਾ ਹੀ ਦੇਣਾ। ਫਿਰ ਉਹਨੇ ਮਰਜ਼ੀ ਦਾ ਰੇਟ ਲੈਣਾ, ਮਰਜ਼ੀ ਦੀਆਂ ਕਟੌਤੀਆਂ ਕਰਨੀਆਂ, ਮਰਜ਼ੀ ਦੀਆਂ ਮਜ਼ਦੂਰੀਆਂ ਕੱਟਣੀਆਂ। ਇਹ ਬੜਾ ਵੱਡਾ ਆਲਮੀਆ ਗੱਲ ਮੇਰੇ ਜ਼ਿਹਨ ਵਿੱਚ ਨਹੀਂ ਸੀ ਕਿ ਆੜਤੀ ਮਾਫੀਆ, ਮੈਂ ਤਾਂ ਮਾਫੀਆ ਕਹਾਂਗਾ। ਜੀ ਜੀ ਮਾਫੀਆ, ਮੁਕੰਮਲ ਤੌਰ ਤੇ ਮਾਫੀਆ। ਬਚਪਨ ਜਿਹੜੇ ਲੋਕਾਂ ਨੂੰ ਵੇਖ ਰਹੇ ਸਨ, ਉਹਨਾਂ ਛੋਟੀਆਂ ਆੜਤਾਂ ਬਣਾਈਆਂ, ਤੇ ਹੁਣ ਇਸ ਵਕਤ ਉਹ ਕਰੋੜ ਖਰਬਪਤੀ, ਕਰੋੜ ਮਿਲਨਰ ਨੇ, ਉਹਨਾਂ ਸ਼ੈਲਰ ਲਾਏ ਹੋਏ ਨੇ। ਔਰ ਕਿਸਾਨ ਜਿਹੜਾ ਅਸੀਂ ਉਦੋਂ ਬਚਪਨ ਤੋਂ ਜਿਸ ਤਰ੍ਹਾਂ ਦਾ ਵੇਖ ਰਹੇ ਸਾਂ, ਉਹ ਇਹ ਜ਼ਿਆਦਾ ਇੰਨੀ ਅਪਡੇਟ ਹੋਈ ਹੈ ਕਿ ਉਸ ਵਕਤ ਡੱਗੇ ਹੁੰਦੇ ਸਨ ਤੇ ਉਹਨੇ ਟਰੈਕਟਰ ਲੈ ਲਿਆ। ਇੰਨਾ ਕੀ ਫਰਕ ਹੈ, ਵਰਨਾ ਕਿਸਾਨ ਦੀ ਜ਼ਿੰਦਗੀ ਉਸੇ ਤਰ੍ਹਾਂ ਚੱਲ ਰਹੀ ਹੈ। ਆੜਤੀ ਅਮੀਰ ਤੋਂ ਅਮੀਰ ਹੋ ਰਿਹਾ ਹੈ ਤੇ ਆੜਤੀ ਦਾ ਤੋੜ ਕੋਈ ਨਹੀਂ, ਕਿਸਾਨ ਕੁਝ ਐਸਾ ਨਹੀਂ ਕਰ ਸਕਦਾ। ਜੀ ਬਿਲਕੁਲ ਤੋੜ ਹੈ। ਅਗਰ ਗਵਰਨਮੈਂਟ ਕੋਆਪਰੇਟ ਕਰੇ, ਗਵਰਨਮੈਂਟ ਮੁਕੰਮਲ ਤੌਰ ਤੇ ਕਿਸਾਨ ਨਾਲ ਤਾਵਨ ਕਰੇ, ਉਹਨੂੰ ਕਰਜ਼ੇ ਆਸਾਨ ਮਾਰਕਅਪ ਤੇ ਦੇਵੇ, ਬਿਲਾ ਸੂਦ ਲਵੇ। ਮੈਂ ਸਮਝਣਾ ਕਿ ਬਿਲਾ ਸੂਦ ਲਵੇ। ਜ਼ਰਾਅਤ ਇੱਕ ਮਤਲਬ ਬੜਾ ਵੱਡਾ ਫੀਲਡ ਹੈ ਸਾਡੇ ਮੁਲਕ ਦੀ, ਬੜਾ ਡਿਪੈਂਡ ਇਹਦੇ ਤੇ ਕਰਜ਼ੇ ਫਾਰਮਰ ਨੂੰ ਬਿਲਕੁਲ ਬਿਲਾ ਸੂਦ ਦੇਣੇ ਚਾਹੀਦੇ ਨੇ। ਉਹੀ ਰਕਮ ਆਪਣੀ ਜਿਨਸ ਵੇਚ ਕੇ ਉਹ ਦੇਵੇਗਾ, ਕਰਜ਼ੇ ਵੀ ਵਾਪਸ ਕਰੇਗਾ, ਖੁਸ਼ਹਾਲ ਵੀ ਹੋਵੇਗਾ, ਆੜਤੀ ਤੋਂ ਵੀ ਬਚ ਜਾਏਗਾ। ਉਹਨੂੰ ਤੁਸੀਂ ਅੰਦਾਜ਼ਾ ਲਾਓ ਕਿ 3 ਤੋਂ 4 ਮਹੀਨੇ ਦਾ ਸੀਜ਼ਨ ਹੁੰਦਾ ਫਸਲ ਦਾ, 20 ਤੋਂ 25% ਮਾਰਕਅਪ ਤੇ ਉਹਨੂੰ ਤੇਲ ਖਾਦ ਆੜਤੀ ਕੋਲੋਂ ਮਿਲਦਾ ਹੈ। ਓਏ ਹੋਏ ਹੋਏ, ਇਹ ਤਾਂ ਬਹੁਤ ਵੱਡਾ। ਅਗਰ ਤੁਸੀਂ ਉਹਨੂੰ ਸਾਲਾਨਾ ਤੌਰ ਤੇ ਲੈ ਜਾਓ, 50% ਮਾਰਕਅਪ ਹੈ। ਅੱਛਾ ਜੀ, ਇਹ 100% ਗੱਲ ਹੈ, ਔਰ ਇਹ ਸੱਚੀ ਗੱਲ ਹੈ।
ਇਹ ਤੇ ਬੜਾ ਵੱਡਾ ਆਲਮੀ ਹੈ। ਮੇਰਾ ਖਿਆਲ ਹੈ ਦੋ ਚੀਜ਼ਾਂ ਤੋਂ ਜਾਨ ਛੁੱਟਣੀ ਚਾਹੀਦੀ ਹੈ ਕਿਸਾਨਾਂ ਦੀ। ਇੱਕ ਤੇ ਜਿਹੜਾ ਤੁਸੀਂ ਇਹ ਮਸ਼ਵਰਾ ਦਿੱਤਾ ਕਿ ਬਿਲਾ ਸੂਦ ਕਰਜ਼ੇ ਜੀ ਦੇਵੇ, ਬਿਲਾ ਸੂਦ ਕਰਜ਼ੇ ਤਾਂ ਕਿ ਦਿੱਤੇ ਜਿਹੜੇ ਜਾਣ। ਉਹਨੇ ਆੜਤੀ ਕੋਲ ਕਰਜ਼ ਲੈਣਾ ਹੈ, ਤੇਲ ਖਾਦ ਚੀਜ਼ਾਂ ਲੈਣੀਆਂ ਨੇ, ਉਹ ਖੁਦ ਹੀ ਉਹਦੇ ਕੋਲ ਪੈਸੇ ਹੁਣ ਜਿੱਥੋਂ ਮਰਜ਼ੀ ਜਾ ਕੇ ਲੈ ਲਵੇ। ਜੀ ਬਿਲਕੁਲ ਇਸ ਦੂਸਰਾ ਇਹ ਚੀਜ਼ਾਂ ਜਿਹੜੀਆਂ ਤੁਸੀਂ ਕਹਿ ਰਹੇ ਹੋ ਅਖਰਾਜਾਤ, ਖਾਦਾਂ ਮਹਿੰਗੀਆਂ ਨੇ, ਜ਼ਰੀ ਅਦਵਿਆਤ ਨੇ, ਜੀ ਜੀ ਇਹਨਾਂ ਦੇ ਉੱਤੇ ਕੋਈ ਰੁਪਏ 5 ਰੁਪਏ 10 ਰੁਪਏ ਨਾਲ ਫਰਕ ਨਹੀਂ ਪੈਣਾ। ਜੀ ਜੀ ਬਿਲਕੁਲ ਇਹਦੇ ਤੇ ਵਾਜ਼ੇ ਤੌਰ ਤੇ ਇਤਨਾ ਰਿਲੀਫ ਹੋਵੇ, ਇਹਨਾਂ ਕੋ ਮਤਲਬ ਜਿਹੜੇ ਸਨਅਤਕਾਰ ਨੇ ਜਿਹੜੇ ਇਹ ਚੀਜ਼ਾਂ ਬਣਾਉਂਦੇ ਨੇ, ਉਹਨਾਂ ਨੂੰ ਸੋਚਣ ਦੀ ਜ਼ਰੂਰਤ ਹੈ ਕਿ ਯਾਰ ਅਸੀਂ ਕਿਸਾਨਾਂ ਨੂੰ ਕੁਝ ਕਰੀਏ, ਜੀ ਇਹਨਾਂ ਦਾ ਹੱਕ ਨਾ ਮਾਰੀਏ। ਬਰਾਬਰ ਜਿਹੜੀ ਕੋਈ ਇੱਕ ਥੋੜੀ ਰਿਆਇਤ ਇਹਨਾਂ ਨੂੰ ਦਿੱਤੀ ਜਾ ਸਕਦੀ ਹੈ ਉਹ ਦਿੱਤੀ ਜਾਏ। ਅੱਛਾ, ਤੇ ਤੁਹਾਡਾ ਹੁਣ ਪਲਾਨ ਕੀ ਹੈ ਕਿ ਤੁਸੀਂ ਪਿਛਲੀ ਦਫਾ ਜਿਹੜਾ ਤਰਬੂਜ਼ ਦਾ ਕਾਫੀ ਨੁਕਸਾਨ ਹੋਇਆ ਜੀ ਸੀ, ਜੀ ਇਸ ਦਫਾ ਫਿਰ ਤਜਰਬਾ ਕਰਨ ਦਾ ਹੈ ਇਰਾਦਾ ਤੁਹਾਡਾ? भाईजान तरबूज ਦਾ ਇੱਕ ਕਾਫੀ ਕਾਸਟਲੀ ਫਸਲ ਹੈ, ਯਾਨੀ 1.5 ਲੱਖ ਰੁਪਇਆ ਫੀ ਏਕੜ ਖਰਚਾ ਆ ਜਾਂਦਾ ਹੈ। ਮੇਰੇ ਖਿਆਲ ਹੈ ਕਿ ਦੂਸਰੀ ਕੋਈ ਫਸਲ ਵੀ ਉਹ ਸਾਡਾ ਘਾਟਾ ਪੂਰਾ ਨਹੀਂ ਕਰੇਗੀ। ਅੱਲਾ ਦੀ ਜ਼ਾਤ ਤੇ ਡਿਪੈਂਡ ਹੈ, ਰਿਸਕ ਤੇ ਫਿਰ ਲੈਣੇ ਅੱਲਾ ਵੇਖੋ ਜੋ ਬਿਹਤਰ ਮੁਸੱਬਲ ਅਸਬਾਬ ਹੈ ਕਰੇਗਾ ਇਨਸ਼ਾਅੱਲਾ। ਉਮੀਦ ਤੇ ਦੁਨੀਆ ਕਾਇਮ ਹੈ। ਬਿਲਕੁਲ ਜੀ, ਅਸੀਂ ਵੇਖਾਂਗੇ ਤਰਬੂਜ਼ ਅਗਰ ਤੁਸੀਂ ਦੁਬਾਰਾ ਲਾਇਆ ਤੇ ਅਸੀਂ ਤਰਬੂਜ਼ ਦੀ ਜ਼ਰੂਰ ਜ਼ਰੂਰ ਜੀ ਇਨਸ਼ਾਅੱਲਾ ਜ਼ਰੂਰ ਕਰਾਂਗੇ। ਤੇ ਨਾਜ਼ਰੀਨ, ਅੱਜ ਦੇ ਪ੍ਰੋਗਰਾਮ ਵਿੱਚ ਸਾਨੂੰ ਦਿਓ ਇਜਾਜ਼ਤ। ਅਗਰ ਗੁਫ਼ਤਗੂ ਤੁਹਾਨੂੰ ਅੱਛੀ ਲੱਗੀ ਹੋਵੇ, ਖਾਸ ਤੌਰ ਤੇ ਜਿਹੜੇ ਕਿਸਾਨ ਭਰਾ ਨੇ ਔਰ ਕਿਸਾਨਾਂ ਦੇ ਜਿਹੜੇ ਪੁੱਤਰ ਨੇ ਸ਼ਹਿਰਾਂ ਵਿੱਚ ਰਹਿ ਰਹੇ ਨੇ, ਉਹਨਾਂ ਨੇ ਪ੍ਰੋਗਰਾਮ ਅਗਰ ਉਹ ਪਸੰਦ ਕਰਨ ਤੇ ਤੁਸੀਂ ਫੀਡਬੈਕ ਜ਼ਰੂਰ ਦੇਣਾ ਹੈ। ਔਰ ਤੁਹਾਡਾ ਅਗਰ ਕੋਈ ਮਸ਼ਵਰਾ ਹੋਵੇ ਕਿਸਾਨਾਂ ਦੇ ਬਾਰੇ 'ਚ ਕਿ ਇਹਨਾਂ ਨੂੰ ਕਿਸ ਤਰ੍ਹਾਂ ਰਿਲੀਫ ਦਿੱਤਾ ਜਾ ਸਕਦਾ ਹੈ, ਤੁਸੀਂ ਉਹ ਵੀ ਸਾਨੂੰ ਦੇ ਸਕਦੇ ਹੋ। ਸਾਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।